कौलां जी भलाई केंद्र ट्रस्ट ਅਤੇ ਭਾਈ ਗੁਰਿਕਪਾਲ ਸਿੰਘ ਜੀ ਦੀ ਅਨਮੁੱਲੀ ਦੇਣ ਧਾਰਮਿਕ ਰਸਾਲਾ ਸਿਫਤ ਸਲਾਹ। ਇਸ ਵਿੱਚ ਅਧਿਆਤਮਿਕ ਵਿਚਾਰ ਪੰਜ ਖੰਡ ਕੀ ਹਨ? ਨਿਮਰਤਾ, ਨਿਰਵੈਰਤਾ, ਦਇਆ, ਧੀਰਜ, ਘੱਟ ਬੋਲਣਾ, ਘੱਟ ਖਾਣਾ, ਘੱਟ ਸੌਣਾ, ਜੀਵਨ 'ਚ ਕੈਸਾ ਹੋਵੇ। ਇਸ ਤੋਂ ਇਲਾਵਾ ਸਵਾਲਨਾਮਾ, ਜ਼ਿੰਦਗੀ ਦੀਆਂ ਬਾਰੀਕੀਆਂ, ਹੱਡ ਬੀਤੀਆਂ, ਬਾਲ ਸਿੱਖਿਆ, ਨਿੱਕੀਆਂ ਗੱਲਾਂ, ਵੱਡੇ ਅਸਰ, ਅਨਮੋਲ ਬਚਨ ਅਤੇ ਗੁਰੂ ਦੇ ਪਿਆਰਿਆਂ ਦਾ ਜੀਵਨ। ਇਹ ਸਭ ਖਜ਼ਾਨਾ ਆਪ ਜੀ ਦੇ ਘਰ ਹਰ 2 ਮਹੀਨੇ ਬਾਅਦ ਸਿਫਤ ਸਲਾਹ ਰਸਾਲੇ ਦੇ ਰੂਪ ਵਿੱਚ ਪਹੁੰਚ ਸਕਦਾ ਹੈ। ਰਸਾਲਾ ਬੁੱਕ ਕਰਵਾਉਣ ਲਈ ਸੰਪਰਕ ਕਰੋ 98765 25850। सदा सदा प्रभु के गुण गावो, सदा 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 बड़ी वड्डी राज, सदा सदा प्रभु के गुण गाओ, सास सास प्रभु को मैं सास प्रभु को सदा 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 प्रभु के गुण गाओ, सदा सदा प्रभु के गुण गाओ, सास सास प्रभु में सास सास प्रभु जांचक जान जांचे प्रभु दान, कर कृपा देवो वरना, सरदा को सरदा को सरदा को सरदा को सदा सदा प्रभु के गुण गाओ, सदा सदा प्रभु के गुण गाओ, सास सास प्रभु चरण कमल से लागे प्रीत, भगत करो भगत करो भगत करो भगत करो भगत करो भगत करो प्रभु की नित नीत, हे
एक ओट को नानक मांगे नाम प्रभ सार, नानक मांगे नानक मांगे सदा सदा प्रभु के गुण गाओ, सदा सदा प्रभु के गुण गाओ। अंदरों अंदर सास 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 प्रभु तुम्हें त्याओ, सास सास प्रभु तुम्हें त्याओ। सदा सदा प्रभु के गुण गाओ, सदा सदा प्रभु के गुण गाओ। गुरु गोबिंद सिंह जी सारी संगत पे कृपा करो। हम भीखक भिखारी तेरे, भिखारी तेरे, तू निज पत है दाता, तू निज पत है दाता। ओ दयाल नाम देव मंगल जन को, सदा रहो रंग रता पिताजी, सदा रहो रंग रता। सदा सदा प्रभु के गुण गाओ, गुण गाओ। सदा सदा प्रभु के गुण गाओ। कृपा निध हृदय बसो हर नीत नीत, तैसी बुद्ध करो परगसा। लागे प्रभु संग प्रीत प्रीत, सदा सदा प्रभु के विसर नाई दतार अपना नाम देओ। अपना नाम देओ, अपना नाम देओ, अपना नाम देओ, अपना नाम देओ, अपना नाम देओ। किन्नी की लिस्ट तेरी? हाँ लिस्ट रखियो। गुण गावा दिन रात, दिन रात, दिन रात। नानक चाहे सदा सदा प्रभु के गुण गाओ। सदा सदा प्रभु के गुण गाओ। सास सास प्रभु में अंदरों मंगया जी। सास सास प्रभु तुम्हें त्याओ।
कलगियां वाले बाजा वाले सारी संगत कृपा करो कलगियां वाले बाजा वाले सदा सदा प्रभु की गुण गाओ सदा सदा प्रभु की गुण गाओ सास सास प्रभु तुम्हें सास सास प्रभु तुम्हें पिताजी सास प्रभु तुम्हें से संयोग करो मेरे लग के पैणों ਤੁਹਾਡਾ ਪਿਆਰਾ ਕੌਣ ਹੈ ਕਲਗੀਆਂ ਵਾਲੇ ਬਾਜਾਂ ਵਾਲੇ ਪਿਤਾ ਜੀ ਸੇ ਸੰਜੋਗ करो मेरे प्यारे से संजोग करो मेरे प्यारे प्यारे ये तरसना हर नाम उच्चारे सदा सदा प्रभु के तू विसरे ना सदा सदा प्रभु के गुण गाओ सास सास प्रभु तुम्हें सास सास प्रभु तुम्हें सास सास प्रभु तुम्हें बंदगी 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 बोलो भैनों बंदगी 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 खैर दीजे बंदगी खैर दीजे बंदगी भैनों तेरी पुनः खुदाए तू बख्शंदगी शेख फरीद खैर 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 दीजे बंदगी सदा सदा प्रभु के सदा सदा प्रभु के गुण गाओ सास सास प्रभु तुम्हें सास प्रभु तुम्हें सास सास प्रभु तुम्हें
ਧਿਆਵੋ ਧਿਆਵੋ ਹਾਂ ਭੂਲੇ ਮਾਰਗ ਜਿਨ ਹੈ ਪਤਾ ਐਸਾ ਗੁਰੂ ਐਸਾ ਗੁਰ ਵਡ ਪਾਵੀ ਪਾਇਆ ਐਸਾ ਗੁਰ ਵਡ ਪਾਵੀ ਪਾਇਆ ਭੂਲੇ ਮਾਰਗ ਜਿਨੇ ਬਤਾਇਆ ਸਿਮਰ ਮਨਾ ਰਾਮ ਨਾਮ ਚਿਤਾਰੇ ਬਸਰੇ ਗਿਰਦੇ ਦੂਰ ਚਰਨ ਪਿਆਰੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਪੁਰ ਕੀਨਾ ਦੁਖ ਸੁਖ ਕਰਤ ਜਨਮ ਹੁਆ ਚਰਨ ਕਮਲ ਗੁਰਿਆ ਸ਼ਰਨ ਦੀਆ ਅਗਨ ਸਾਗਰ ਬੂਲਕ ਤੁਹਾਡਾ ਪਿਓ ਕੌਣ ਹੈ? ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ ਐਸਾ ਗੁਰ ਵਡ ਪਾਵੀ ਪਾਇਆ ਐਸਾ ਗੁਰ ਵਡ ਪਾਵੀ ਪਾਇਆ ਐਸਾ ਗੁਰ ਵਡ ਪਾਵੀ ਪਾਇਆ ਐਸਾ ਗੁਰ ਵਡ ਪਾਵੀ ਭੂਲੇ ਮਾਰਗ ਜਿਨੇ ਬਤਾਇਆ ਭੂਲੇ ਮਾਰਗ ਜਿਨੇ ਬਤਾਇਆ ਗੱਜ ਕੇ ਆਖੋ ਸਤਨਾਮ। ਗੁਰੂ ਗ੍ਰੰਥ ਸਾਹਿਬ ਜੀ ਦੇ ਖਜ਼ਾਨਿਆਂ ਵਿੱਚੋਂ ਦਇਆ ਦਾ ਪ੍ਰਕਰਨ ਅਤ ਜ਼ਰੂਰੀ। ਜ਼ਮੀਨ ਤਿਆਰ ਹੋਏਗੀ ਤੇ ਪਿੱਲਰ ਖੜੇ ਹੋਣਗੇ, ਪਿੱਲਰ ਖੜੇ ਹੋਣਗੇ ਤੇ ਛੱਤ ਪਏਗੀ, ਕੰਧਾਂ ਹੋਣਗੀਆਂ। ਮਹਾਰਾਜ ਕਹਿੰਦੇ ਦਇਆ ਦੀ ਜ਼ਮੀਨ ਬਹੁਤ ਜ਼ਰੂਰੀ ਹੈ। ਧਰਮ ਦੇ ਪਿੱਲਰ ਤਾਂ ਖੜੇ ਹੋਣਗੇ। ਤੌਲ ਧਰਮ ਦਇਆ ਕਾ ਪੂਤ, ਮਾਂ ਆਏਗੀ ਤੇ ਪੁੱਤਰ ਆਏਗਾ। ਦਇਆ ਕਿੰਨੇ ਪ੍ਰਕਾਰ ਦੀ? ਬਾਣੀ ਅਨੁਸਾਰ, ਮਹਾਂਪੁਰਸ਼ਾਂ ਦੀ ਖੋਜ ਅਨੁਸਾਰ ਅੱਜ 11ਵੀਂ ਦਇਆ ਦੀ ਵਾਰੀ ਹੈ। ਕੁਝ ਨਵੇਂ ਆਏ ਹੁੰਦੇ ਨੇ, 10 ਦਇਆ ਉਸ ਤਰ੍ਹਾਂ ਬੋਲ ਕੇ ਲੰਘਦੇ ਆ, ਫਿਰ 11ਵੀਂ ਦੀ ਮਹਾਰਾਜ 10 ਮਿੰਟ ਸੇਵਾ ਲੈਣ। ਪਹਿਲੀ ਦਇਆ ਜੋ ਵਾਹਿਗੁਰੂ ਨੇ ਤੁਹਾਨੂੰ ਸਾਧਨ ਦਿੱਤੇ ਨੇ ਕਿਸੇ ਦੂਜੇ ਨੂੰ ਸਰੀਰ ਦੇ ਸੁੱਖ ਮਿਲਣ, ਉਸ ਤੋਂ। ਦੂਸਰੀ ਦਇਆ ਤੁਹਾਡੇ ਬੋਲਾਂ ਵਿੱਚ ਦਇਆ ਹੋਵੇ। ਬੋਲਾਂ ਵਿੱਚ ਦਇਆ ਗੁਰੂ ਅਮਰਦਾਸ ਜੀ ਦਾ ਐਡਾ ਪਿਆਰਾ ਬਚਨ ਹੈ, ਜੇ ਕੋਈ ਦੂਸਰਾ ਤੇਰੇ ਨਾਲ 3 ਵਾਰੀ ਨਜਾਇਜ਼ ਕਰ ਗਿਆ, ਬੋਲਾਂ ਵਿੱਚ 3 ਵਾਰੀ ਨਜਾਇਜ਼ ਕਰ ਗਿਆ, ਤੂੰ ਆਪਣੇ ਬੋਲਾਂ 'ਚ ਦਇਆ ਰੱਖੀ ਹੈ, ਕਹਿੰਦੇ ਗੁਰੂ ਦੀ ਜਿੰਨੀ ਸ਼ਕਤੀ ਤੇਰੇ ਕੋਲ ਆ ਜਾਏਗੀ। ਤੂੰ ਜੇ 3 ਵਾਰੀ ਬੋਲ ਕਿਸੇ ਦੇ ਕੋੜੇ ਸਹਿ ਗਿਆ, ਆਪਣੇ ਬੋਲਾਂ 'ਚ ਦਇਆ ਹੀ ਰੱਖੀ। ਤੀਜੀ ਦਇਆ ਕੋਈ ਤਨ ਕਰਕੇ ਦੁਖੀ ਜਾਂ ਰੋਗੀ, ਉਹਦੇ ਤੇ ਦਇਆ। ਚੌਥੀ ਦਇਆ ਕਿਸੇ ਦੇ ਪਰਦੇ ਕਜੇ। ਪੰਜਵੀਂ ਦਇਆ ਕਿਸੇ ਟੁੱਟੇ ਨੂੰ ਗੁਰੂ ਨਾਲ ਜੋੜ ਦੇਣਾ। ਛੇਵੀਂ ਦਇਆ ਕਿਸੇ ਦੇ ਔਗਣ ਵਾਲਿਆਂ ਨੂੰ ਗੁਣਾਂ ਵਾਲਾ ਬਣਾ ਦੇਣਾ। ਸੱਤਵੀਂ ਦਇਆ ਕਿਸੇ ਦੀ ਆਤਮਿਕ ਤਰੱਕੀ ਵਿੱਚ ਸਹਾਇਤਾ ਕਰਨੀ।
ਅੱਠਵੀਂ ਦਇਆ ਕਿਸੇ ਨੂੰ ਖਿਮਾ ਕਰ ਦੇਣਾ, ਤੇ ਨੌਵੀਂ ਦਇਆ ਰੂਹਾਨੀ ਸ਼ਕਤੀ ਵੀ ਆ ਜੇ ਤੇ ਉਹਨੂੰ ਦਇਆ ਲਈ ਵਰਤਣਾ। ਦਸਵੀਂ ਦਇਆ ਕਿਸੇ ਤੇ ਮਨ ਕਰਕੇ ਦਇਆ ਕਰਨੀ, ਦੂਰ ਬੈਠਿਆਂ ਵੀ ਹੋ ਸਕਦੀ ਹੈ। ਪਿਛਲੀ ਵਾਰੀ ਆਪ ਜੀ ਨੇ ਪ੍ਰਕਰਨ ਸਰਵਣ ਕੀਤਾ ਹੈ। ਅੱਜ 11ਵੀਂ ਦਇਆ ਦੀ ਵਾਰੀ ਜੀ। ਸੇਵਾ ਲੈਣੀ, 5 ਵਾਰੀ ਵਾਹਿਗੁਰੂ ਕਹਿ ਕੇ ਸਿਰ ਤੇ ਹੱਥ ਰੱਖਣਾ। ਵਾਹਿਗੁਰੂ 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 ਵਾਹਿਗੁਰੂ। 11ਵੀਂ ਦਇਆ। ਐਸਾ ਗੁਰ ਵਡਭਾਗੀ ਪਾਇਆ, ਐਸਾ ਗੁਰ ਵਡਭਾਗੀ ਪਾਇਆ, ਐਸਾ ਗੁਰ ਵਡਭਾਗੀ ਪਾਇਆ, ਐਸਾ ਗੁਰ ਵਡਭਾਗੀ ਪਾਇਆ। ਐਸਾ ਗੁਰ ਵਡਭਾਗੀ ਪਾਇਆ, 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 ਐਸਾ ਗੁਰ ਵਡਭਾਗੀ ਪਾਇਆ। ਭੂਲੇ ਮਾਰਗ ਜਿਨੇ ਬਤਾਇਆ, ਭੂਲੇ ਮਾਰਗ ਜਿਨੇ ਭੂਲੇ ਮਾਰਗ ਜਿਨੇ ਬਤਾਇਆ, ਭੂਲੇ ਮਾਰਗ ਜਿਨੇ ਬਤਾਇਆ। ਗੱਜ ਕੇ ਆਖੋ ਸਤਿਨਾਮ। 11ਵੀਂ ਦਇਆ। ਧਿਆਨ ਦੇਣਾ। ਇਹ ਜਦੋਂ ਦਇਆ ਦਾ ਪ੍ਰਕਰਨ ਨਹੀਂ ਸੀ ਚੱਲਿਆ, ਮੈਂ ਵੀ ਸਮਝਦਾ ਸਾਂ ਵੀ ਮਾਇਆ ਨਾਲ ਹੀ ਦਇਆ ਹੋ ਸਕਦੀ। ਨਹੀਂ, 11ਵੀਂ ਦਇਆ ਹੈ। ਤੁਹਾਡੇ ਵਿੱਚੋਂ ਜੇ ਕਿਸੇ ਕੋਲ ਦੁਨਿਆਵੀ ਜਾਂ ਦਰਗਾਹੀ ਵਿਦਿਆ ਹੋਵੇ, ਧਿਆਨ ਦੇਣਾ। 11ਵੀਂ ਦਇਆ ਦੁਨਿਆਵੀ ਜਾਂ ਦਰਗਾਹੀ ਵਿਦਿਆ, ਉਹਨੂੰ ਵੀ ਦਇਆ ਲਈ ਵਰਤਣਾ ਹੈ। ਵਿਦਿਆ ਦੋ ਨੇ, ਦੁਨਿਆਵੀ ਤੇ ਦਰਗਾਹੀ। ਇਹਨਾਂ ਦੋਵਾਂ ਵਿੱਚੋਂ ਤੇਰੇ ਕੋਲ ਕੋਈ ਵੀ ਵਿਦਿਆ ਹੈ ਜਾਂ ਦੋਵੇਂ ਨੇ, ਇਹ ਦੁਨਿਆਵੀ ਤੇ ਦਰਗਾਹੀ ਵਿਦਿਆ ਦਇਆ ਲਈ ਵਰਤਣੀਆਂ। ਆਖੋ ਸਤਿਨਾਮ। ਦਇਆ ਲਈ। ਦੇਖ ਲਓ, ਦੁਨਿਆਵੀ ਵਿਦਿਆ ਵੀ ਤੇ ਦਰਗਾਹੀ ਵਿਦਿਆ ਵੀ ਰਾਵਣ ਕੋਲ ਵੀ ਸੀ। ਵਰਤੋਂ ਠੀਕ ਨਹੀਂ ਰਹੀ, ਵਰਤੋਂ ਗਲਤ ਹੋ ਗਈ। ਲక్ష్మణ ਨੇ ਰੇਖਾ ਖਿੱਚੀ, ਸੀਤਾ ਜੀ ਨੂੰ ਕਿਹਾ ਇਹਦੇ ਤੋਂ ਬਾਹਰ ਨਹੀਂ ਆਣਾ। ਰਾਵਣ ਕੋਲ ਵਿਦਿਆ ਸੀ, ਦੁਨਿਆਵੀ ਵੀ ਸੀ, ਚਾਰੇ ਵੇਦ ਜ਼ਬਾਨੀ ਯਾਦ। ਆਖੋ ਸਤਿਨਾਮ। ਸਾਧੂ ਦਾ ਭੇਸ ਧਾਰਿਆ, ਭਿਕਸ਼ਾ ਮੰਗੀ,
ਜਦੋਂ ਇੰਨੀ ਗੱਲ ਕਹੀ ਵੀ ਭਿਕਸ਼ਾ ਤਾਂ ਲੈਣੀ ਹੈ ਵੀ ਇਹ ਲੀਕ ਤੋਂ ਬਾਹਰ ਆ ਗਏ। ਹੁਣ ਦੁਨਿਆਵੀ ਵਿਦਿਆ ਵੀ ਹੈ, ਦਰਗਾਹੀ ਵਿਦਿਆ ਵੀ ਹੈ, ਪਰ ਉਹਦੀ ਵਰਤੋਂ ਦਇਆ ਲਈ ਨਹੀਂ ਹੋ ਰਹੀ। ਆਖੋ ਸਤਿਨਾਮ। ਇੱਕ ਇਨਕਲਾਬ ਲਿਆ। ਤੁਹਾਡੇ ਮੇਰੇ ਬੜੇ ਹੀ ਪਿਆਰੇ ਬਾਬਾ ਬੁੱਢਾ ਜੀ ਕੋਲ ਦੋਵੇਂ ਵਿਦਿਆ ਗੱਜ ਕੇ ਆਖੋ ਸਤਿਨਾਮ। ਦਇਆ ਲਈ ਵਰਤੀ ਹੈ। ਔਰ ਤੁਸੀਂ ਕਿੰਨੇ ਅਮੀਰ ਹੋ ਜੇ ਗੁਰੂ ਘਰ ਦੇ ਵਿੱਚ ਸ਼ਸਤਰ ਦੀ ਬਖਸ਼ਿਸ਼ ਵੀ ਤੁਹਾਨੂੰ ਹੁੰਦੀ ਹੈ। ਉਹ ਵੀ ਸਮਝਾਇਆ ਜਾਂਦਾ ਕਿ ਇਹਨੂੰ ਦਇਆ ਲਈ ਵਰਤਣਾ। ਆਖੋ ਸਤਿਨਾਮ। ਜ਼ੁਲਮ ਲਈ ਨਹੀਂ। ਔਰੰਗਜ਼ੇਬ ਦੀ 3 ਫੁੱਟ ਦੀ ਲੋਹੇ ਦਾ ਪੀਸ ਤਲਵਾਰ ਏ, ਪਰ ਖਾਲਸੇ ਕੋਲ 3 ਫੁੱਟ ਦਾ ਪੀਸ ਕਿਰਪਾਨ ਏ। ਤਲਵਾਰ ਜ਼ੁਲਮ ਕਰਦੀ, ਕਿਰਪਾਨ ਕਿਰਪਾ ਕਰਦੀ। ਸਤਿ ਸ੍ਰੀ ਅਕਾਲ। ਕੈਸੀ ਸਿੱਖੀ ਹੈ? ਇੱਕ ਹੈ ਕਿਸੇ ਨੂੰ ਲੁੱਟਣ ਲਈ ਸ਼ਸਤਰ ਦੀ ਵਿਦਿਆ ਦਾ ਪ੍ਰਯੋਗ ਹੋਣਾ, ਇੱਕ ਹੈ ਕਿਸੇ ਦੀ ਰਾਖੀ ਲਈ। ਇਹ ਵੀ ਦਇਆ ਹੈ। ਦੁਨਿਆਵੀ ਜਾਂ ਦਰਗਾਹੀ ਵਿਦਿਆ ਉਹਦਾ ਪ੍ਰਯੋਗ ਦਇਆ ਲਈ ਹੋਣਾ, ਦਇਆ ਵਾਸਤੇ। ਇਹ ਜਿਹੜਾ ਔਰੰਗਜ਼ੇਬ ਹੈ, ਇਹਨੇ ਮਰਨ ਤੋਂ ਪਹਿਲਾਂ ਇੱਕ ਨਸੀਹਤਨਾਮਾ ਲਿਖਿਆ ਹੈ। ਮੈਂ ਹੈਰਾਨ ਹੋ ਗਿਆ ਸਿੰਘ ਸਾਹਿਬ ਕੋਲ ਸੁਣ ਕੇ। औरंगजेब अपने नसीहतनामे च लिखदा है कि ए अल्लाह बादशाह बन के मैं अपनी विद्या नूं अपनी चीज नूं जिहड़ा जुलम लई वरतिया, ए अल्लाह मेरी ते ए बेनती है तू किसी भी मुस्लिम नूं बादशाह बनाई ना। अपने नसीहत समझ खीर पे आई है। और देखो एक और लफ्ज लिखे उन्हें नसीहतनामे के, ऐ मेरे पैरोकारो, ऐ मेरे अगां नौकरो, एहलकारो, मेरी कबर दे कोल दरख्त ना लाना। मैं अपने विद्या नूं इन्ने जुल्म लई वरतिया, इन्ने जुल्म लई कि मेरी कबर नूं इन्नी निकम्मी है कि उन्हों भी छां भी नहीं मिलनी चाहिए। खीर ते नूं खुलिया काम मैं गलत करदा भी ये धुप्पे मेरी कबर सड़दी रहे, इहदे अगे दरख्त भी ना लाना, भी इनू जे छां मिले ये योग भी नहीं, क्योंकि सारी विदे जुल्म ते लाती सारा बाली। ए वीरवार आने वाले हो या टीवी ते सुनने वाले हो, इनकलाब लिया दो कि कल युग विच ही सतयुग आ जाए। मैं ते एक सीधी जी गल करांगा, जे कोई नवीं काढां भी साइंस ने विद्या दियां कड्डियां ते ओदे बटन भी चलन, तुहाडे हथ चलन ते दया लई चलन। मेरे वर्गे नूं ते SMS भी नहीं करना आंदा, मैनूं ते तुहाडे जो जिन्हों SMS भी करना आंदा होवे भी विद्या,
ਉਹ ਵੀ ਇਹੋ ਜਿਹੇ ਬਚਨ ਦੂਜੇ ਨੂੰ SMS 'ਚ ਭੇਜੋ ਕਿ ਬਚਨ ਪੜ੍ਹ ਕੇ ਹੀ ਕਿਸੇ ਦਾ ਜੀਵਨ ਬਦਲ ਜਾਵੇ। ਆਖੋ ਸਤਿਨਾਮ। ਤੁਹਾਡੀਆਂ ਸਾਇੰਸ ਨੇ ਚੀਜ਼ਾਂ ਕੱਢੀਆਂ, ਇਹਨੂੰ ਤੁਸੀਂ ਹੁਣ ਮੇਰੇ ਮੋਬਾਈਲ ਤੇ ਪਤਾ ਨਹੀਂ ਕੌਣ ਭੇਜਦਾ, ਵਾਹਿਗੁਰੂ ਜਾਣੇ, ਇੱਕ ਬਚਨ ਰੋਜ਼ ਕਿਸੇ ਨਾ ਕਿਸੇ ਮਹਾਂਪੁਰਸ਼ ਦਾ ਨਾ SMS ਆਉਣਾ, ਤੇ ਮੈਂ ਜਦੋਂ ਪੜ੍ਹਦਾ ਨਾ ਤੇ ਫਿਰ ਬੇਅੰਤ ਵਾਰੀ ਕੁਝ ਝੋਲੀ 'ਚ ਪਾ ਕੇ ਜਾਂਦਾ ਉਹ ਬਚਨ। ਆਖੋ ਸਤਿਨਾਮ। ਕਿਸੇ ਮਹਾਂਪੁਰਸ਼ ਦਾ ਬਚਨ ਉਹਨੇ SMS ਕਰ, ਇਹ ਵੀ ਵੇਦੇ। ਹੁਣ ਤੁਸੀਂ SMS ਗਲਤ ਭੇਜ ਦਿਓ, ਉਹ ਤੁਹਾਡੀ ਵਿਦਿਆ ਪਾਪ ਬਣਾ ਰਹੀ। ਤੇ ਤੁਸੀਂ ਪੂਰੀ ਕਮਾਈ ਵਾਲਿਆਂ ਦੇ ਕੋਈ ਉਹ ਬਚਨ SMS ਰਾਹੀਂ ਵੀ ਪ੍ਰਚਾਰ ਕਰ ਸਕਦੇ। ਕੋਈ ਵਿਦਿਆ ਦੁਨਿਆਵੀ ਜਾਂ ਦਰਗਾਹੀ ਆ ਹੋਰ ਵੀ ਜੋ ਕੁਝ ਚੱਲਿਆ ਕਿਤਨਾ ਕੁਝ ਹੀ ਆਈਪੋਡ ਚੱਲ ਪਏ। ਆ ਸਾਡੇ ਭਲਾਈ ਕੇਂਦਰ ਆਇਆ ਇੱਕ ਆਈਪੋਡ ਲੈ ਕੇ ਤੇ ਕਹਿੰਦਾ ਬਈ ਇਹਦੇ 'ਚ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਭਰਿਆ ਹੋਇਆ ਤੇ ਮਤਲਬ ਤੁਸੀਂ ਘਰ ਲਾ ਛੱਡੋ, ਲਗਾਤਾਰ ਉਹਨੇ ਸਹਿਜ ਪਾਠ ਨੇ ਚੱਲੀ ਜਾਣਾ। ਵੀ ਜੇ ਕਿਤੇ ਰੋਕਣਾ ਵੀ ਰੋਕ ਵੀ ਸਕਦੇ ਹੋ, ਲਗਾਤਾਰ ਤੇ ਲਗਾਤਾਰ ਵੀ। ਹੁਣ ਉਹਦੇ ਵਿੱਚ ਹੀ ਕੁਝ ਹੋਰ ਭਰਨਾ ਵੇ, ਐਦ ਵਿਦਿਆ ਹੀ ਹੈ। ਅਮਰੀਕਾ 'ਚ ਕਿਸੇ ਨੇ ਆਈਪੋਡ ਇਸ ਢੰਗ ਦਾ ਬਣਾਇਆ, ਜਦੋਂ ਸਵੇਰ ਹੁੰਦੀ ਹੈ ਉਹਦੇ ਤੇ ਆਪਣੇ ਆਪ ਨਿਤਨੇਮ ਵਾਲੀਆਂ ਬਾਣੀਆਂ ਦਾ ਪਾਠ ਆ ਜਾਂਦਾ। ਦਿਨੇ ਸੁਮਨੀ ਸਾਹਿਬ, ਦਿਨੇ ਸ਼ਬਦ, ਸੰਧਿਆ ਵੇਲੇ ਆਪਣੇ ਆਪ ਉਹ ਟਾਈਮ ਜਿਹੜਾ ਰਾਸ ਸਾਹਿਬ ਦਾ, ਸੌਣ ਵੇਲੇ ਸੋਹਿਲਾ ਸਾਹਿਬ ਦਾ, ਹੋਰ ਜਿਹੜੇ ਜਿਹੜੇ ਵੇਲੇ ਕੋਈ ਉਸ ਢੰਗ ਨਾਲ ਵੇਦੇ। ਇਹ ਕੀ ਬਣ ਜਾਏਗਾ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਪੜ੍ਹ ਲਿਓ। ਜੇ ਦੁਨਿਆਵੀ ਤੇ ਦਰਗਾਹੀ ਵਿਦਿਆ ਦਇਆ ਲਈ ਵਰਤੀ ਜਾਵੇ, ਵਿਦਿਆ ਵਿਚਾਰੀ ਆਪ ਪਰ ਉਪਕਾਰੀ, ਵਿਦਿਆ ਵਿਚਾਰੀ ਆਪ ਪਰ ਉਪਕਾਰੀ। ਬੋਲੋ ਜੀ ਬੋਲੋ ਗੁਰਮੁਖੋ। ਵਿਦਿਆ ਵਿਚਾਰੀ ਤਾਰੀ ਉਪਕਾਰੀ, ਵਿਦਿਆ ਵਿਚਾਰੀ ਤਾਰੀ ਉਪਕਾਰੀ। ਗੱਜ ਕੇ ਭੈਣੋ ਵਿਦਿਆ ਵਿਚਾਰੀ ਤਾਰੀ ਉਪਕਾਰੀ, ਵਿਦਿਆ ਵਿਚਾਰੀ ਤਾਰੀ ਉਪਕਾਰੀ। ਗੱਜ ਕੇ ਭੈਣੋ ਮਹਾਰਾਜ ਕਹਿੰਦੇ ਜੇ ਕਿਤੇ ਵਿਦਿਆ ਦੁਨਿਆਵੀ ਹੋਵੇ ਜਾਂ ਦਰਗਾਹੀ ਹੋਵੇ ਤੇ ਪਰਉਪਕਾਰ ਲਈ ਵਰਤੀ। ਦੂਜੀ ਚੀਜ਼ ਲਈ ਦੁਨਿਆਵੀ ਤੇ ਦਰਗਾਹੀ ਵਿਦਿਆ ਇਹ ਦਇਆ ਲਈ ਵਰਤੀਆਂ ਜਾਣ। ਗੱਜ ਕੇ ਆਖੋ ਸਤਿਨਾਮ। ਪਰਉਪਕਾਰ ਲਈ 11ਵੀਂ ਦਇਆ। ਮੈਨੂੰ ਯਾਦ ਹੈ ਜੈਪੁਰ ਦੇ ਵਿੱਚ ਕੋਈ ਵਕੀਲ ਸੀ, ਵਕੀਲ ਤੇ ਹੁਣ ਵਕੀਲ ਇੱਕ ਵਿਦਿਆ ਹੁਨਰ ਹੈ। ਹੁਣ ਉਹ ਵਕੀਲ ਨੇ ਕੀ ਆਖਿਆ ਕਿ ਮੈਨੂੰ ਵਕੀਲ ਦਾ ਗੁਣ ਵਾਹਿਗੁਰੂ ਨੇ ਦਿੱਤਾ ਹੈ ਤੇ ਮੈਂ ਮਾਇਆ ਵੀ ਕਮਾਨਾ ਵਾਂ, ਪਰ ਤੇਰਾ ਕੇਸ ਮੈਂ ਬਿਲਕੁਲ ਫਰੀ ਕਰਾਂਗਾ ਕਿ ਆਪਣੇ ਹੁਨਰ ਨੂੰ ਮੈਨੂੰ ਗੁਰੂ ਨੇ ਸਿਖਾਇਆ ਇਹ ਦਇਆ ਲਈ ਵੀ ਵਰਤਣਾ।
ਸਤਿ ਸ੍ਰੀ ਅਕਾਲ। ਹਾਂ ਸਿੱਖੀ ਹੈ। ਮੈਂ ਤੇ ਬੇਨਤੀ ਕਰਾਂਗਾ ਇਨਕਲਾਬ ਲਿਆ। ਜੇ ਤੁਹਾਡਾ ਡਾਕਟਰੀ ਵਿੱਚ ਨਾਂ ਚਮਕ ਗਿਆ, 150 ਰੁਪਇਆ 200 ਰੁਪਇਆ ਫੀਸ ਲੈਂਦੇ ਹੋ, ਤੇ ਇੱਕ ਇਨਕਲਾਬ ਲੈ ਆਓ, 6 ਦਿਨ ਫੀਸ ਲੈ ਲਓ, ਇੱਕ 7ਵਾਂ ਦਿਨ ਆਪਣੀ ਵਿਦਿਆ ਨੂੰ ਦਇਆ ਲਈ ਵੀ ਰੱਖ ਲਓ। ਆਖੋ ਸਤਿਨਾਮ। ਦਇਆ ਲਈ ਕਿ ਨਿਰੀ ਨੋਟਾਂ ਨਾਲ ਵੀ ਸ਼ਾਂਤੀ ਨਹੀਂ। ਜਿਹੜਾ ਮੈਂ 20 ਸਾਲ ਵਿੱਚ ਇਹ ਡਾਕਟਰੀ ਦਾ ਦੁਨਿਆਵੀ ਗੁਣ ਪ੍ਰਾਪਤ ਕੀਤਾ ਹੈ, ਇਹ ਨਿਰਾ ਮਾਇਆ ਲਈ ਨਹੀਂ ਹੋਵੇ, ਪਰਉਪਕਾਰ ਲਈ, ਦਇਆ ਲਈ। ਜਿਵੇਂ ਬਾਬਾ ਨੰਦ ਸਿੰਘ ਜੀ ਦਾ ਬਚਨ ਹੈ ਨਾ, ਕੋਈ ਗੁਰਮੁਖ ਪਾਠੀ ਸਿੰਘ 2 ਘੰਟੇ ਰੌਲ ਦਵੇ, ਉਹਦੀ ਭੇਟਾ ਲੈ ਲਵੇ, ਹਿਸਾਬ ਬਰਾਬਰ ਹੋ ਗਿਆ। ਪਰ 2 ਘੰਟੇ ਰੌਲ ਦੇਣ ਤੋਂ ਬਾਅਦ ਮੱਥਾ ਟੇਕ ਕੇ ਭੁੱਲ ਚੁੱਕ ਦੀ ਮਾਫੀ ਮੰਗ ਕੇ ਇੱਕ 15 ਮਿੰਟ ਖਲੋ ਕੇ ਚੌਰ ਸਾਹਿਬ ਦੀ ਵਾਹਿਗੁਰੂ ਵਾਹਿਗੁਰੂ ਜਪਦਿਆਂ ਹਾਜ਼ਰੀ ਲਾ ਲਵੇ, 2 ਘੰਟੇ ਕਿਰਤ ਹੋ ਗਈ, ਉਹ 15 ਮਿੰਟ ਉਹਦੀ ਦਰਗਾਹ 'ਚ ਹਾਜ਼ਰੀ ਲੱਗ ਜੇ। ਦਰਗਾਹ 'ਚ ਬੜੀ ਵੱਡੀ ਬਾਤ ਹੈ। ਸਤਿ ਸ੍ਰੀ ਅਕਾਲ। ਕੋਈ ਡਾਕਟਰ 20 ਸਾਲ ਮਿਹਨਤ ਲਾਈ ਹੈ, 6 ਦਿਨ ਜਿਹੜੀ ਹੈ ਉਹਦੀ ਰੋਟੀਆਂ ਲਈ ਕਿਰਤ ਹੈ, ਪ੍ਰਸ਼ਾਦਿਆਂ ਲਈ, ਪਦਾਰਥਾਂ ਲਈ। ਲੇਕਿਨ ਜਿਹੜਾ 7ਵਾਂ ਦਿਨ ਉਹ ਡਾਕਟਰ ਲਾਏਗਾ ਨਾ, ਵੀ ਜਿਹੜਾ ਮਰਜ਼ੀ ਆਵੇ, ਅੱਜ ਦੇ ਦਿਨ ਕਿਸੇ ਗਰੀਬ ਲੋੜਵੰਦ ਕੋਲੋਂ ਕੋਈ ਫੀਸ ਨਹੀਂ, ਉਹ 7ਵੇਂ ਦਿਨ ਦੀ ਹਾਜ਼ਰੀ ਉਹਦੀ ਦਰਗਾਹ ਦੀ ਹਾਜ਼ਰੀ ਬਣ ਗਈ। ਆਖੋ ਸਤਿਨਾਮ। ਇਹ 11ਵੀਂ ਦਇਆ ਤੁਹਾਨੂੰ ਵਾਹਿਗੁਰੂ ਨੇ ਕੋਈ ਦੁਨਿਆਵੀ ਵਿਦਿਆ ਦਿੱਤੀ ਹੋਵੇ ਤੇ ਭਾਵੇਂ ਦਰਗਾਹੀ, ਇਹਨੂੰ ਵਰਤਣ ਵੇਲੇ ਦਇਆ ਲਈ ਵਰਤਣਾ, ਕਿਸੇ ਦੂਜੇ ਪੱਖ ਲਈ ਨਹੀਂ। ਪੰਜ ਕੁ ਮਿੰਟ ਹੋਰ ਸਹਿਯੋਗ ਦੇਣਾ, ਇੱਕ ਵਾਰੀ ਕਰਿਓ ਕਿਰਪਾ ਜੀ। ਵਿਦਿਆ ਵਿਚਾਰੀ ਤਾਂ ਪਰਿ ਉਪਕਾਰੀ, ਵਿਦਿਆ ਵਿਚਾਰੀ ਤਾਂ ਪਰਿ ਉਪਕਾਰੀ। ਰੱਜ ਕੇ ਭੈਣੋ, ਗੁਰੂ ਅਮਰਦਾਸ ਜੀ ਨੂੰ ਹੁਣ ਮੇਰੇ ਦਰਗਾਹੀ ਵਿਦਿਆ ਅੱਗੇ ਆ ਗਈ। ਗੁਰੂ ਅਮਰਦਾਸ ਜੀ ਨੂੰ ਲੱਤ ਮਾਰੀ ਦਾਤੂ ਨੇ, ਸਾਡਾ ਹੱਕ ਸੀ, ਤੁਸੀਂ ਬਹਿ ਗਏ ਹੋ। ਗੁਰੂ ਸਾਹਿਬ ਨੇ ਅੱਗੋਂ ਚਰਨ ਪਕੜ ਲਏ, ਮੇਰੀਆਂ ਹੱਡੀਆਂ ਸਖਤ ਨੇ, ਵੀ ਤੁਹਾਨੂੰ ਤਕਲੀਫ ਨਾ ਹੋਈ ਹੋ। ਕਿੱਡਾ ਵੱਡਾ ਗੁਰੂ ਘਰ ਹੈ। ਗੁਰੂ ਅਮਰਦਾਸ ਉੱਥੋਂ ਚਲੇ ਗਏ, ਮੇਰੇ ਕਰਕੇ ਰੰਜਿਸ਼ ਹੋ ਰਹੀ ਹੈ ਨਾ, ਚਲੇ ਗਏ। ਹੁਣ ਜਿੱਥੇ ਗਏ ਸਾਰੀ ਸੰਗਤ ਲੱਭੇ, ਸਾਰੀ ਸੰਗਤ ਗੁਰੂ ਸਾਹਿਬ ਕਿਤੇ ਚਲੇ ਗਏ, ਗੁਰੂ ਸਾਹਿਬ ਕਿਤੇ ਚਲੇ ਗਏ, ਚਲੇ ਗਏ ਇਧਰ ਬਾਸਰ ਕੇ। ਹੁਣ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਿਆ ਵੀ ਬਾਬਾ ਜੀ ਤੁਹਾਨੂੰ ਗੁਰੂ ਨਾਨਕ ਨੇ ਦਰਗਾਹੀ ਬਚਨ ਦਿੱਤਾ, ਤੈਥੋਂ ਓਲੇ ਨਾ ਹੋਸਾਂ, ਦੱਸੋ ਗੁਰੂ ਅਮਰਦਾਸ ਜੀ ਕਿੱਥੇ ਹੈ? ਬਾਬਾ ਜੀ ਕਹਿੰਦੇ ਵੀ ਜੇ ਹੁਣ ਅਸੀਂ ਆ ਦਰਗਾਹੀ ਦਾਤ ਹੈ, ਜੇ ਅਸੀਂ ਦੱਸਦੇ ਹਾਂ ਵੀ ਗੁਰੂ ਅਮਰਦਾਸ ਜੀ ਇੱਥੇ ਆ, ਵੇਖ ਕੇ ਤੇ ਹਉਮੈ ਆ ਜਾਏਗੀ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਗੁਰੂ ਅਮਰਦਾਸ ਜੀ ਦੀ ਘੋੜੀ ਅੱਗੇ ਅਰਦਾਸ ਕਰਦੇ ਆ, ਤੇ ਫਿਰ ਜਿੱਧਰ ਘੋੜੀ ਜਾਈ ਜਾਏਗੀ ਉਧਰ ਅਸੀਂ ਜਾਈ ਜਾਵਾਂਗੇ। ਵਡਿਆਈ ਘੋੜੀ ਨੂੰ ਦੇ। ਹੁਣ ਘੋੜੀ ਜਿੱਧਰ ਜਾਂਦੀ ਹੈ, ਬਾਬਾ ਜੀ ਮਗਰੇ ਮਗਰੇ ਕਰ ਆ ਵੀ ਰਹੇ ਨੇ। ਸਾਰਾ ਆ ਗਏ ਬਾਸਰ ਕੇ, ਵਡਿਆਈ ਵੇਖੋ ਘੋੜੀ ਨੂੰ ਦੇ ਕੇ, ਕੈਸੀ ਵਿਦਿਆ ਵੇਖੋ ਗੁਰੂ ਘਰ ਚ। ਤੇ
ਹੁਣ ਜਦੋਂ ਆ ਗਏ ਇਹ ਬਾਸਰ ਕੇ ਜਿੱਥੇ ਗੁਰਦੁਆਰਾ ਸੰਨ ਸਾਹਿਬ ਬਾਹਰ ਬੋਰਡ ਲੱਗਾ ਕਿ ਜਿਹੜਾ ਬੂਹਾ ਖੋਲ ਕੇ ਅੰਦਰ ਆਵੇ ਉਹਦਾ ਸਾਡਾ ਸਿੱਖ ਨਹੀਂ, ਸਖਤੀ ਜਾਂ ਮੂੰਹ ਕਾਲਾ ਕੁਝ ਵੀ। ਹੁਣ ਸਾਰੀ ਸੰਗਤ ਕਹਿੰਦੇ ਵੀ ਗੁਰੂ ਅਮਰਦਾਸ ਜੀ ਲੱਭ ਤੇ ਪਏ ਐ, ਇਸ ਜਗ੍ਹਾ ਤੇ ਹੈਗੇ ਐ, ਪਰ ਬਾਹਰ ਬੋਰਡ ਲੱਗਾ ਕਿ ਬੂਹਾ ਖੋਲ ਕੇ ਜਿਹੜਾ ਅੰਦਰ ਆਵੇ ਸਾਡਾ ਸਿੱਖ ਨਹੀਂ। ਹੁਣ ਵੇਖ ਲਓ ਇਹ ਜੁਗਤੀਆਂ ਉਹੋ ਹੀ ਦੇ ਸਕਦਾ ਜਿਹਦੇ ਕੋਲ ਦਰਗਾਹੀ ਵਿਦਿਆ। ਆਖੋ ਸਤਿਨਾਮ। ਹੁਣ ਸਾਰੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਇੱਥੋਂ ਤੱਕ ਲੈ ਆਓ, ਹੁਣ ਬੂਹਾ ਲੱਗਾ ਤੁਹਾਡੇ ਕੋਲ ਦੁਨਿਆਵੀ ਵਿਦਿਆ ਵੀ ਹੈ। 6ਵੇਂ ਪਾਤਸ਼ਾਹ ਨੂੰ ਤੁਸੀਂ ਦੁਨਿਆਵੀ ਵਿਦਿਆ ਵੀ ਪੜ੍ਹਾਈ, ਸ਼ਸਤਰ ਵਿਦਿਆ ਵੀ ਸਿਖਾਈ, ਦਰਗਾਹੀ ਵਿਦਿਆ ਵੀ। ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਕੋਲ ਦੋਵੇਂ ਵਿਦਿਆ ਨੇ, ਦੁਨਿਆਵੀ ਵੀ ਹੈ ਦਰਗਾਹੀ ਵੀ ਹੈ। ਇਹਦਾ ਹੱਲ ਦੱਸੋ। ਬੂਹਾ ਲੱਗਾ ਹੁਣ ਬਾਬਾ ਜੀ ਕੋਲ ਦਰਗਾਹੀ ਦਾਤਾਂ ਸੀ, ਦਰਗਾਹੀ ਦਾਤਾਂ ਵਾਲਿਆਂ ਕੋਲ ਜੁਗਤੀਆਂ ਹੁੰਦੀਆਂ। ਗੱਜ ਕੇ ਆਖੋ ਸਤਿਨਾਮ। ਜੁਗਤੀਆਂ ਸੀ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਦਰਗਾਹੀ ਵਿਦਿਆ ਵਰਤੀ। ਕਹਿੰਦੇ ਕੋਈ ਨਹੀਂ, ਜੇ ਬੂਹੇ ਤੇ ਬੋਰਡ ਲੱਗਾ ਵੀ ਜਿਹੜਾ ਬੂਹਾ ਖੋਲੇ ਉਹ ਸਾਡਾ ਸਿੱਖ ਨਹੀਂ, ਆਪਾਂ ਬੂਹਾ ਖੋਲਦੇ ਹੀ ਨਹੀਂ, ਆਪਾਂ ਮਗਰੋਂ ਦੀ ਸੰਨ ਲਾ ਲੈਨੇ। ਆਖੋ ਸਤਿਨਾਮ। ਉਹ ਜਦੋਂ ਮਗਰੋਂ ਦੀ ਸੰਨ ਲਾਈ ਤੇ ਸੰਨ ਲਾ ਕੇ ਤੇ ਜਦੋਂ ਬਾਬਾ ਬੁੱਢਾ ਸਾਹਿਬ ਅੰਦਰ ਲੰਘੇ, ਹੋਰ ਕੁਝ ਸਿੱਖ ਲੰਘੇ, ਗੁਰੂ ਅਮਰਦਾਸ ਜੀ ਕਹਿੰਦੇ ਬੋਰਡ ਨਹੀਂ ਪੜਿਆ? ਕਹਿੰਦੇ ਜੀ ਪੜਿਆ। ਬੋਰਡ ਤੇ ਲਿਖਿਆ ਵੀ ਜਿਹੜਾ ਅੰਦਰ ਇੰਜ ਆਵੇ ਸਾਡਾ ਸਿੱਖ ਨਹੀਂ, ਬੂਹੇ ਰਾਹੀਂ। ਤੁਸੀਂ ਬੋਰਡ ਨਹੀਂ ਪੜਿਆ? ਬਾਬਾ ਜੀ ਕਹਿੰਦੇ ਜੀ ਪੜਿਆ। ਤੇ ਫੇਰ ਕਹਿੰਦੇ ਅਸੀਂ ਬੂਹਾ ਖੋਲਿਆ ਹੀ ਨਹੀਂ। ਤੁਹਾਡਾ ਹੁਕਮ ਇਹ ਦਰਗਾਹੀ ਬਾਤਾਂ ਸੀ, ਅਸੀਂ ਬੂਹਾ ਖੋਲਿਆ ਹੀ ਨਹੀਂ ਜੀ। ਨਾ ਹੀ ਅਸੀਂ ਕੁੰਡੇ ਨੂੰ ਹੱਥ ਲਾਇਆ, ਨਾ ਜਿੰਦਰੇ ਨੂੰ ਹੱਥ ਲਾਇਆ, ਨਾ ਬੂਹੇ ਨੂੰ ਹੱਥ ਲਾਇਆ, ਨਾ ਬੂਹਾ ਖੋਲਿਆ। ਫਿਰ ਕਿਵੇਂ ਆ ਗਏ? ਕਹਿੰਦੇ ਜੀ ਅਸੀਂ ਮਗਰੋਂ ਦੀ ਸੰਨ ਲਾ ਕੇ ਆ ਗਏ। ਤੁਹਾਡਾ ਹੁਕਮ ਵੀ ਮੰਨਿਆ ਜਾਵੇ ਤੇ ਤੁਹਾਡੇ ਦਰਸ਼ਨ ਵੀ ਹੋ ਜਾਣ। ਤੁਹਾਡਾ ਹੁਕਮ ਹੀ ਮੰਨੇ। ਇਹ ਦਰਗਾਹੀ ਗੱਲਾਂ, ਇਹ ਦਰਗਾਹੀ ਜੁਗਤੀਆਂ। ਤੁਹਾਡਾ ਹੁਕਮ ਹੀ ਮੰਨਿਆ ਜਾਵੇ, ਤੁਹਾਡੇ ਦਰਸ਼ਨ ਵੀ ਹੋ ਜਾਣ। ਤੇ ਗੁਰੂ ਅਮਰਦਾਸ ਮੌਜ ਵਿੱਚ ਆ ਗਏ। ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਐਡੀਆਂ ਜੁਗਤੀਆਂ ਸੰਗਤ ਦੇ ਵਾਸਤੇ ਵਰਤੀਆਂ ਕਿਦੇ ਲਈ? ਦਇਆ ਲਈ, ਸੰਗਤ ਦੇ ਦਰਸ਼ਨਾਂ ਲਈ। ਗੱਜ ਕੇ ਆਖੋ ਸਤਿਨਾਮ। ਸੰਗਤ ਦੇ ਦਿਦਾਰਿਆਂ ਲਈ। ਰਸਨਾ ਜੋ ਬਚਨ ਕੀਤਾ, ਕਹਿੰਦੇ ਜਿਸ ਪਿਆਰ ਨਾਲ ਤੁਸੀਂ ਇਸ ਸੰਨ ਲਾ ਕੇ ਆਏ ਹੋ, ਜਿਹੜਾ ਇਸ ਤਰ੍ਹਾਂ ਫਿਰ ਪ੍ਰੇਮ ਤੇ ਪਿਆਰ ਦੇ ਨਾਲ ਆਪਣੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਸੰਨ ਲਾ ਕੇ ਇਸ ਸੰਨ ਚੋਂ ਸ਼ਰਧਾ ਨਾਲ ਲੰਘੇਗਾ, ਉਹਦੀ 84 ਕੱਟੀ ਜਾਏਗੀ। ਸਤਿ ਸ੍ਰੀ ਅਕਾਲ। ਇਹ ਜ਼ਰੂਰ ਕਦੀ ਕਦੀ ਚੈੱਕ ਕਰਿਆ ਕਰੋ। ਵੈਸੇ ਕ੍ਰੋਧ ਕੁਝ ਕੰਟਰੋਲ 'ਚ ਹੋਇਆ ਕਿ ਜ਼ਰੂਰ ਚੈੱਕ ਕਰਿਆ। ਹਿਰਦਾ ਵੱਡਾ ਹੋਇਆ ਕਿ ਨਹੀਂ ਅਜੇ, ਕਿ ਉੱਥੇ ਹੀ ਹੈ ਘਰਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ 'ਚ ਹੀ ਬਸ ਗੁੱਸੇ ਗਾਸੇ 'ਚ ਸਭ ਦਿਨ ਲੰਘਦੇ ਪਏ। ਇਹ ਨਹੀਂ ਹੋਇਆ ਤੇ ਕਰੋ। ਲੋਭ ਕੰਟਰੋਲ ਹੋਇਆ ਕਿ ਨਹੀਂ, ਕਿ ਉਸੇ ਤਰ੍ਹਾਂ ਹੀ ਪਕੜ ਮੁੱਕੀ ਨਹੀਂ ਰਹੀ, ਆ ਜਾਂਦੀ ਮਾਇਆ ਤਾਂ ਵੀ ਨਹੀਂ ਮੁੱਕਦੀ। ਹੰਕਾਰ ਕੰਟਰੋਲ ਹੋਇਆ ਕਿ ਨਹੀਂ, ਮੋਹ ਕੰਟਰੋਲ ਹੋਇਆ ਕਿ ਨਹੀਂ, ਕਾਮ ਕੰਟਰੋਲ ਹੋਇਆ ਕਿ ਨਹੀਂ, ਚੈੱਕ ਕਰਿਆ ਕਰੋ। ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲਿਆਂ ਇੱਕ ਵਾਰੀ ਪਿਆਰ ਵਿੱਚ ਬਚਨ ਕੀਤਾ ਸੀ ਡਾਕਟਰਾਂ ਨੂੰ। ਕਹਿੰਦੇ ਡਾਕਟਰੋ ਸਾਨੂੰ ਵੀ ਦਵਾਈ ਦਿਓਗੇ, ਸਾਡੇ ਵੀ
ਅਸੀਂ ਵੀ ਠੀਕ ਨਹੀਂ, ਬਾਬਾ ਜੀ ਹੁਕਮ ਕਰੋ। ਤੇ ਫਿਰ ਪਿਆਰ ਵਿੱਚ ਬਚਨ ਕੀਤਾ ਸੀ, ਕਹਿੰਦੇ ਬਾਕੀ ਤੇ ਸਭ ਕੁਝ ਠੀਕ ਠਾਕ ਹੈ, ਹੁਣ ਸਮਝ ਲੈਣਾ ਬਾਕੀ ਤੇ ਸਭ ਕੁਝ ਠੀਕ ਠਾਕ ਹੈ, ਕਦੀ ਕਦੀ ਹਉਮੈ ਟਫਲਾ ਮਾਰ ਜਾਂਦੀ। ਆਖੋ ਸਤਿਨਾਮ। ਐ ਮੈਨੂੰ ਪਰਸੋਂ ਇੱਕ ਬਹੁਤ ਗੁਰਮੁਖ ਪਿਆਰੇ ਮਿਲੇ, ਬਹੁਤ ਗੁਰਮੁਖ ਰੂਹ ਮਿਲੇ, ਫਿਰ ਉਹਦੇ ਨਾਲ ਦੁਨਿਆਵੀ ਗੱਲਾਂ ਨਹੀਂ ਹੁੰਦੀਆਂ। ਮੈਂ ਕਿਹਾ ਪੰਜਾਂ ਚੋਂ ਕਿੰਨੇ ਕੁ ਵੱਸ ਚ ਹੋ ਗਏ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਰਨੈਲ ਨੇ ਕਲਯੁਗ ਦੇ। ਬਾਕੀ ਫੌਜਾਂ ਨੇ ਆਲਸ ਨੀਂਦਰ ਵੈਸ਼ ਵਾਸੀਆਂ, ਇਹ ਫੌਜਾਂ ਉਹਦੀਆਂ ਅਗਲੀਆਂ। ਆਹ ਜਰਨੈਲ ਨੇ ਪੰਜ। ਦਾਸ ਨੇ ਪੁੱਛਿਆ, ਮੈਂ ਕਿਹਾ ਪੰਜਾਂ ਚੋਂ ਕਿੰਨੇ ਕੁ ਕੰਟਰੋਲ ਚ ਹੋ ਗਏ? ਉਹ ਗੁਰਮੁਖ ਪਿਆਰਾ ਸੀ, ਇੰਜ ਹੱਥ ਜੋੜ ਕੇ ਕਹਿਣ ਲੱਗਾ, ਬਾਬਾ ਦੀਪ ਸਿੰਘ ਦਾ ਬਹੁਤ ਪਾਸ਼ਕ ਹੈ, ਹੱਥ ਜੋੜ ਕੇ ਕਹਿਣ ਲੱਗਾ, ਕਹਿੰਦਾ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਕਦੀ ਕਦੀ ਵਾਸ਼ਨਾ ਹੈਵੀ ਹੋ ਜਾਂਦੀ ਹੈ, ਬਾਕੀ ਚਾਰੇ ਹੀ ਕੰਟਰੋਲ 'ਚ ਹੋਏ ਹੋਏ। ਆਖੋ ਸਤਿਨਾਮ। ਮਜ਼ਾ ਆਇਆ। ਭਾਵੇਂ ਇੱਕ ਜਨਮ ਚਲੋ ਇੱਕ ਕੰਟਰੋਲ 'ਚ ਹੋ ਜੇ, ਦੋ ਹੋ ਜਾਣ, ਥੋੜਾ ਕਦੀ ਕਦੀ ਸੋਚਣਾ, ਵਿਚਾਰਨਾ। ਗੁਰੂ ਅਮਰਦਾਸ ਜੀ ਕਹਿੰਦੇ ਆ ਪੰਜਾਂ ਨੂੰ ਜਿਹੜਾ ਸੰਨ ਲਾ ਕੇ ਆ ਸੰਨ ਚੋਂ ਪਿਆਰ ਨਾਲ ਲੰਘੇਗਾ, ਆ ਸੰਨ ਲਾ ਕੇ ਸੰਨ ਚੋਂ ਪਿਆਰ ਨਾਲ ਲੰਘੇਗਾ, ਓਏ ਉਹਦੀ 84 ਕੱਟੀ ਜਾਏਗੀ। ਆਖੋ ਸਤਿਨਾਮ। ਹੁਣ ਬਾਬਾ ਜੀ ਨੇ ਦਰਗਾਹੀ ਵਿਦਿਆ ਨੂੰ ਜਿੱਥੇ ਵੀ ਵਰਤਿਆ, ਦਇਆ ਲਈ ਵਰਤਿਆ। ਆ ਦੁਨਿਆਵੀ ਵਿਦਿਆ ਤੇ ਦਰਗਾਹੀ ਵਿਦਿਆ ਨੂੰ ਦਇਆ ਲਈ ਵਰਤਣਾ 11ਵੀਂ ਦਇਆ। ਇਹ ਜਿੰਨੀਆਂ ਸੰਗਤਾਂ ਬੈਠੀਆਂ ਜੇ, ਬਾਬਾ ਜੀ ਦੀ ਕਈ ਦੁਨਿਆਵੀ ਚੀਜ਼ਾਂ ਵੱਲੋਂ ਤੁਹਾਡੇ ਤੇ ਬੜੀ ਮਿਹਰ ਹੁੰਦੀ ਹੈ, ਵੀ ਗੁਣ ਹੁੰਦੇ ਨੇ। ਆ ਕੋਈ ਦਿਨ ਹੋਏ ਇੱਕ ਪ੍ਰਿੰਸੀਪਲ ਮੈਨੂੰ ਮਿਲੀ ਤੇ ਮੈਂ ਕਿਹਾ ਵੀ ਰੋਟੀਆਂ ਕਰਕੇ ਹੀ ਪੜ੍ਹਾਉਂਦੇ ਹੋ ਕਿ ਹੋਰ ਵੀ ਕੰਮ? ਇਹ ਪੜ੍ਹੀ ਲਿਖੀ ਲਾਈਫ ਵਿੱਚ ਦਇਆ ਲਈ ਵੀ ਲੱਗਦੀ ਹੈ ਕਿ ਰੋਟੀਆਂ ਤੱਕ? ਹੋ ਮੈਂ ਹੈਰਾਨ ਹੋ ਗਿਆ। ਪ੍ਰਿੰਸੀਪਲ ਕਹਿੰਦੀ 35,000 ਰੁਪਏ ਲੈਣੀ ਆ, 7:30 ਸਕੂਲ ਜਾਨੀ ਆ, 3 ਵਜੇ ਆਨੀ ਆ, ਆ ਹੈ ਮੇਰੀ ਕਿਰਤ। ਆ ਮੇਰੇ ਪ੍ਰਿੰਸੀਪਲ ਦੀ ਹੈ ਰੋਟੀਆਂ ਕਾਰਨ ਪੂਰੇ ਤਾਲ। ਇਹ ਦਿੱਲੀ ਦੀ ਪ੍ਰਿੰਸੀਪਲ ਹੈ ਜੀ। ਤੇ ਕਹਿੰਦੀ ਸ਼ਾਮੀ 3 ਤੋਂ 5 ਉਹ ਬੱਚੇ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਨੇ, ਉਹ ਜਿਹੜਾ ਗਰੀਬੀ ਰੇਖਾ ਤੋਂ ਹੇਠਾਂ ਹੁੰਦੇ ਨਾ, ਉਹਦੇ 'ਚ ਇਹ ਨਹੀਂ ਹੁੰਦਾ ਵੀ ਇਹ ਤੀਜੀ ਕਲਾਸ ਹੈ, ਚੌਥੀ ਹੈ। ਉਹਦੇ ਹੋ ਸਕਦਾ 2 ਬੱਚੇ ਚੌਥੀ ਦੇ ਹੋਣ, 2 ਪਹਿਲੀ ਦੇ ਹੋਣ, 2 7ਵੀਂ ਦੇ ਹੋਣ। ਉਹਨਾਂ ਨੂੰ ਇਹ CBSE ਵਾਲੀ ਵੀ ਪੜ੍ਹਾਈ ਨਹੀਂ, ਦੂਜੀ। ਕਹਿਣ ਲੱਗੇ ਤਕਰੀਬਨ 2:30 ਵਜੇ ਤੱਕ, 7:30 ਤੋਂ 2:30 ਤੱਕ ਦੁਨਿਆਵੀ ਵਿਦਿਆ ਤਨਖਾਹ ਲੈਣੀ ਹੈ, ਪਰ ਫਿਰ ਸ਼ਾਮੀ 3 ਤੋਂ 5 ਵਜੇ ਤੱਕ ਗਰੀਬੀ ਰੇਖਾ ਤੋਂ ਹੇਠਾਂ ਦੇ ਬੱਚੇ, ਕਹਿੰਦੀ ਤਕਰੀਬਨ 85 ਬੱਚੇ ਮੇਰੇ ਹਿੱਸੇ ਨੇ। ਮੇਰਾ ਯਤਨ ਹੈ ਇਹ 85 ਬੱਚੇ ਸਾਲ ਵਿੱਚ ਆਪਣੇ ਪੈਰਾਂ ਤੇ ਸਟੈਂਡ ਹੋ ਜਾਣ। ਹੁਣ ਦੱਸੋ, 35,000 ਤਨਖਾਹ, 7:30 ਤੋਂ 2:30 ਉਹਦੀ ਕਿਰਤ। ਆ ਜਿਹੜੀ ਦੂਸਰੀ ਹਾਜ਼ਰੀ, ਇਹ ਪਤਾ ਨਹੀਂ ਕਦੀ ਚਲੋ ਦਿੱਲੀ ਜਾਓਗੇ ਦਰਸ਼ਨ ਹੀ। ਉਹ ਜਿਹੜੀ ਸੰਸਥਾ ਚਲਾ ਰਹੀ ਹੈ ਨਾ, ਉਹ ਤੇ ਪ੍ਰਿੰਸੀਪਲ ਹੈ ਨਾ, 2 ਘੰਟੇ ਉਹਨੇ ਸੇਵਾ ਕਰਨੀ ਨਾ। ਜਿਹੜੀ ਸੰਸਥਾ ਚਲਾ ਰਹੀ ਹੈ ਉਹਨਾਂ ਨੇ 9 ਬੱਸਾਂ ਪਾਈਆਂ, ਔਰ ਨਾਨਕਸਰ ਵਾਲੇ ਮਹਾਂਪੁਰਸ਼ਾਂ ਨਾਲ ਸੰਪਰਕ ਹੈ ਇਸ ਸੰਪਰਦਾ ਨਾਲ। 9 ਬੱਸਾਂ ਨੇ। ਜਿਹੜੇ ਝੁੱਗੀਆਂ ਵਾਲੇ ਬੱਚੇ ਨਾ, ਗਰੀਬ ਗੁਰਬੇ, ਬਿਲਕੁਲ ਝੁੱਗੀਆਂ ਦੇ ਬਾਹਰ, ਕੱਪੜੇ ਵੀ ਨਹੀਂ, ਉਹ ਵੀ ਨਹੀਂ ਸੀ, ਇਸ ਤਰ੍ਹਾਂ ਫਿਰਦੇ ਰਹਿੰਦੇ। 9 ਬੱਸਾਂ ਨੇ ਜਿਹੜੀਆਂ ਅਲੱਗ-ਅਲੱਗ ਝੁੱਗੀਆਂ ਚੋਂ ਉਹਨਾਂ ਨੂੰ ਲੈਣ ਜਾਂਦੀਆਂ।
ਉਹ 11-12 ਵਜੇ ਜਾਂਦੀਆਂ ਲੈਣ। ਔਰ ਇੱਕ ਸਟਾਫ ਰੱਖਿਆ, ਉਹ 9 ਬੱਸਾਂ ਭਰ ਕੇ ਆਉਂਦੀਆਂ ਤੇ ਇੱਕ ਵੱਖਰਾ ਸਟਾਫ ਹੈ ਜਿਹੜਾ ਉਹਨਾਂ ਬੱਚਿਆਂ ਨੂੰ ਨਵਾਉਂਦਾ ਹੈ। ਦੇਖੋ ਸਿੱਖੀ। ਔਰ ਇੱਕ ਅਲੱਗ ਸਟਾਫ ਰੱਖਿਆ, ਫਿਰ ਉਹਨਾਂ ਨੂੰ ਨਵਾ ਕੇ ਭੋਜਨ ਦੇਣਾ। ਉਹ 3 ਵਜੇ ਤੱਕ ਉਹਨਾਂ ਦੀ ਪਹਿਲੇ ਇਹ ਤਿਆਰੀ ਵੀ ਰੋਜ਼ ਉਹਨਾਂ ਨੂੰ ਨਵਾਉਣਾ, ਉਹਨਾਂ ਸਾਰਿਆਂ ਦੀ ਕੰਘੀ ਕਰਨੀ, ਤੇਲ ਲਾਣਾ, ਆਹ ਬੱਚੇ ਵੀ ਪੈਰਾਂ ਤੇ। ਇਹ ਕੰਮ ਪੜ੍ਹਾਈ ਸ਼ੁਰੂ ਹੋਣ ਤੋਂ ਪਹਿਲਾਂ ਇਹ ਦੂਜਾ ਸਟਾਫ ਹੈ ਜਿਹੜਾ ਕਰਦਾ। ਉਹਨਾਂ ਦੇ ਫਿਰ ਨਵਾਉਣਾ ਧਵਾਣਾ, ਕੰਘੀ ਕਰਨੀ, ਬਸਤਰ ਪਵਾਣੇ, ਭੋਜਨ ਛਕਾਣਾ। ਭੋਜਨ ਛਕਾ ਕੇ 3 ਤੋਂ 5 ਜਿਹਦੀ ਜਿਹੜੀ ਇਹਨੂੰ ਦੂਜੇ ਬੰਨੇ ਨਾਲ ਖੜਿਓ, ਕਈ ਉਹਦੇ ਵਿੱਚ ਮਤਲਬ 20 22 28 ਸਾਲ ਦੀਆਂ ਵੱਡੀਆਂ ਲੜਕੀਆਂ ਵੀ ਨੇ, ਬਿਲਕੁਲ ਉਹ ਅਨਪੜ੍ਹ ਨੇ। ਉਹਨਾਂ ਨੂੰ ਜਿੱਥੇ ਜਿਹਦਾ ਹੈ ਉੱਥੋਂ ਤੱਕ ਉਹਨੂੰ ਉਨੀ ਵਿਦਿਆ। ਇਹਦੇ 'ਚ ਇਹ ਨਹੀਂ ਗਾ ਵੀ ਹੁਣ 50 ਬੱਚੇ ਚੌਥੀ ਦੇ ਬੈਠੇ, 50 ਬੱਚੇ 5ਵੀਂ ਦੇ ਨਹੀਂ। ਜਿੰਨੀ ਕੈਟਾਗਰੀ ਸਿਲੇਬਸ ਕਵਰ ਕਰਨ ਦੀ, ਉਹ 3 ਤੋਂ ਪਹਿਲੇ ਸਾਰੇ ਇਹ ਕੰਮ ਹੁੰਦੇ ਵੇ। ਉਹਨਾਂ ਨੂੰ ਲਿਆਣਾ, ਨਵਾਉਣਾ ਧਵਾਣਾ, ਕੰਘੀ ਕਰਨੀ, ਤੇਲ ਲਾਣੀ, ਤਿਆਰ ਕਰਨਾ, ਤੇ ਫਿਰ 3 ਤੋਂ 5 ਪੜਾ ਕੇ ਤੇ ਇੱਕ ਕੱਪ ਚਾਹ ਦਾ ਪਿਆ ਕੇ ਫਿਰ ਬੱਸਾਂ 'ਚ ਬਹਾ ਕੇ ਫਿਰ ਉਹਨਾਂ ਦੀਆਂ ਝੁੱਗੀਆਂ ਛੱਡਣਾ। ਇੱਕ ਜਕਾਰਾ ਦੇ ਪਿਆਰ ਦਿੰਦਾ। ਐਸੀ ਲਾਈਫ ਹੈ ਸਿੱਖ। ਸੋਨਿਹਾ ਸ੍ਰੀ ਅਕਾਲ। ਤੇ ਜਿਹੜੀਆਂ 19-20 ਟੀਚਰਾਂ ਤੇ ਪ੍ਰਿੰਸੀਪਲ 3 ਤੋਂ 5 ਉਹਨਾਂ ਨੂੰ ਪੜਾਉਂਦੀਆਂ, ਉਹ ਕਹਿੰਦੀਆਂ ਅਸੀਂ ਪੇ ਨਹੀਂ ਲੈਣੀ, ਸਵੇਰੇ ਪੇ ਲੈਂਦੀਆਂ। ਤੇ ਜਿਹੜੀ ਨਿਰੰਕਾਰ ਨੇ ਵਿਦਿਆ ਦਿੱਤੀ ਹੈ, ਇਹ ਕਿਤੇ ਦਇਆ ਲਈ ਵੀ ਵਰਤੀ ਜਾਵੇ। ਆਖੋ ਸਤਿਨਾਮ। ਆ 11ਵੀਂ ਦਇਆ। ਜੇ ਤੈਨੂੰ ਨਿਰੰਕਾਰ ਨੇ ਦੁਨਿਆਵੀ ਵਿਦਿਆ ਦਿੱਤੀ ਤੇ ਭਾਵੇਂ ਦਰਗਾਹੀ ਵਿਦਿਆ, ਇਹ ਪਰਉਪਕਾਰ ਦੇ ਲੇਖੇ ਲੱਗੇ, ਦਇਆ ਦੇ ਲੇਖੇ ਲੱਗੇ। ਨਿਰਾ ਰੋਟੀਆਂ ਤੱਕ ਇਹਦੇ 'ਚ ਇੰਜੀਨੀਅਰ ਵੀ ਆ ਜਾਣਾ, ਡਾਕਟਰ ਵੀ ਆ ਜਾਣਾ, ਵਕੀਲ ਵੀ ਆ ਜਾਣਾ, ਟੀਚਰਾਂ ਵੀ ਆ ਜਾਣਾ, ਪ੍ਰਿੰਸੀਪਲ ਵੀ ਆ ਜਾਣਾ, ਤੇ ਹੋਰ ਵੀ ਕਿਸੇ ਕੋਲ ਦੁਨਿਆਵੀ ਗੁਣ। ਇਹਨੂੰ ਆਪਣੇ ਗੁਣਾਂ ਨੂੰ ਰੋਟੀਆਂ ਤੱਕ ਨਾ ਰੱਖੋ। ਆਓ ਬੜੇ ਪਿਆਰ ਦੇ ਨਾਲ, ਕੋਈ ਵਾਂਝਾ ਨਾ ਰਹੇ ਜੀ, ਸਾਰੇ ਕਿਰਪਾ ਕਰਿਓ ਜੀ, ਸਾਰੇ ਹਾਜ਼ਰੀ ਲਾਇਓ ਜੀ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਸਾਰੇ, ਐਸਾ ਗੁਰੀ ਵੱਡ ਭਾਗੀ ਪਾਇਆ, ਐਸਾ ਗੁਰੀ ਵੱਡ ਭਾਗੀ ਪਾਇਆ। ਭੂਲੇ ਮਾਰਗ ਜਿਨੇ ਬਤਾਇਆ, ਭੂਲੇ ਮਾਰਗ ਜਿਨੇ ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ